We are a multicultural network community. We groom competent global citizens to effect positive change around them. ਹੁਸ਼ਿਆਰਪੁਰ न्यूज़ देख रहे तमाम दर्शकों का स्वागत है। मैं हाँ चेतन कश्यप। ਹੁਸ਼ਿਆਰਪੁਰ च बिजनेस के खेत्र च एक वड्डा नाम है परमजीत सिंह सचदेवा, जिन्हां दा बचपन है जिहड़ा पिछोकड़ है बेहद गरीबी दे विच गुजरिया है। जेकर मौजूदा समय की गल करिए तो अज ਹੁਸ਼ਿਆਰਪੁਰ का शायद ही कोई अजिहा व्यक्ति होवेगा जिसनों कि परमजीत सिंह सचदेवा बारे ना पता होवे। बिजनेस के खेत्र च इकल्ले ਹੁਸ਼ਿਆਰਪੁਰ च ही नहीं बल्कि पूरे भारत दे विच एक वड्डा नाम कमाया है। और 2017 दे विच उन्हां वल्लों अपने राजनीतिक करियर की शुरुआत की गई सी और 2017 दे विच विधान सभा चोणां च आम आदमी पार्टी वल्लों चोण लड़ी गई सी और लगभग 28,000 के करीब उन्हां वल्लों जिहड़ी है वोट हासिल की गई सी। साडे नाल गलबात करन लई मौजूद ने परमजीत सिंह सचदेवा, उन्हां नाल गलबात करते हैं। सर बहुत बहुत स्वागत है ਹੁਸ਼ਿਆਰਪੁਰ न्यूज़ चैनल ते। बहुत बहुत जी ਹੁਸ਼ਿਆਰਪੁਰ न्यूज़ के सारे दर्शकों ਨੂੰ प्यार भरी सत श्री अकाल जी। सो सर 2017 ਦੇ ਵਿੱਚ ਕਾਫੀ ਸਰਗਰਮ ਹੋਏ ਸੀ, ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਤੇ ਇੱਕਦਮ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਸੀ। ਸੋ ਮੈਂ ਪਹਿਲਾਂ ਚਾਹੁੰਦਾ ਕਿ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਕੀ ਕਾਰਨ ਰਿਹਾ ਕਿ ਰਾਜਨੀਤੀ ਤੋਂ ਇੱਕਦਮ ਹੀ ਕਿਨਾਰਾ ਕਰ ਲਿਆ ਗਿਆ। देखो मेरा कोई पोलीटिकल बैकग्राउंड पिछे नहीं हैगी बिल्कुल। हाँ सोशल वर्क जरूर असी करते रहे हैं, 25 साल हो गए सानू करदिਆਂ ਨੂੰ। मेरा कोई पोलीटिकल कैरियर या साडी कोई ना ही इदां दी इच्छावां सीगीਆਂ। मैं कभी भी किसी पोलीटिकल पार्टी के किसी फंक्शन या प्रोग्राम ते नहीं गया। 2017 ਦੇ ਵਿੱਚ ਪਾਰਟੀ ਨੇ ਮੈਨੂੰ ਅਪਰੋਚ ਕੀਤਾ। ਮੈਂ ਬੜਾ ਹੀ ਰਿਲੈਕਟੈਂਟਲੀ ਹੋ ਕੇ ਇਹ ਰਾਜਨੀਤੀ 'ਚ ਐਂਟਰ ਕੀਤਾ ਔਰ ਉਸ ਤੋਂ ਬਾਅਦ ਰਿਜ਼ਲਟਾਂ 'ਚ ਜੋ ਲੋਕਾਂ ਨੇ ਫਤਵਾ ਦਿੱਤਾ ਉਹ ਸਿਰ ਮੱਥੇ। ਰਿਜ਼ਲਟ ਤੋਂ ਬਾਅਦ ਵੀ ਅਸੀਂ ਲਗਭਗ 1.5 ਸਾਲ ਬਹੁਤ ਹੀ ਵੱਡੀ ਸਰਗਰਮੀਆਂ ਕਰਦੇ ਰਹੇ। ਤਕਰੀਬਨ ਹਰ ਹਫਤੇ ਸਾਡੀ ਕੋਈ ਨਾ ਕੋਈ ਸਰਗਰਮੀ ਹੁੰਦੀ ਸੀ। ਜਿੱਦਾਂ ਤੁਸੀਂ ਜਾਣਦੇ 11 ਮਾਰਚ ਨੂੰ ਰਿਜ਼ਲਟ ਆਏ ਸੀਗੇ और 11 ਮਾਰਚ ਤੋਂ ਬਾਅਦ ਅਸੀਂ 17 ਮਾਰਚ ਨੂੰ 6 ਦਿਨ ਬਾਅਦ ਹੀ ਅਸੀਂ ਮੰਡੀ ਸਬਜ਼ੀ ਮੰਡੀ 'ਚ ਧਰਨਾ ਲਾ ਕੇ ਬੈਠੇ ਸੀ। ਜਿਹੜਾ ਉੱਥੇ ਗੁੰਡਾ ਟੈਕਸ ਸੀ ਉਹ ਅਸੀਂ ਮੁਹਿੰਮ ਚਲਾਈ ਸੀ। ਉਹ ਵੀ ਸਾਡੀ ਮਹੀਨਾ 2 ਮਹੀਨੇ ਚੱਲੀ। ਪੰਜਾਬ ਸਰਕਾਰ ਨਾਲ ਪੂਰੀ ਚੱਲਦੀ ਰਹੀ। ਸਭ ਹੀਲੇ ਵਸੀਲੇ ਕਰਕੇ ਦੇਖ ਲਏ, ਲੇਕਿਨ ਸਰਕਾਰ ਹੀ ਜਦੋਂ ਲੁੱਟਣ 'ਤੇ ਆ ਗਈ ਤਾਂ ਫਿਰ ਸਾਨੂੰ ਅਲਟੀਮੇਟਲੀ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਗਏ ਆ ਅਤੇ ਉੱਥੋਂ ਅਸੀਂ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਹਦਾਇਤਾਂ ਕੀਤੀਆਂ ਵੀ ਤੁਸੀਂ ਇਹ ਠੇਕਾ ਨਹੀਂ ਦੇ ਸਕਦੇ। ਅਲਟੀਮੇਟਲੀ ਸਰਕਾਰ ਨੇ ਕੋਈ ਨਾਮ ਉਹਨੂੰ ਹੋਰ ਰੱਖ ਕੇ ਉਹ ਫੇਰ ਕਰ ਲਿਆ। ਇਸ ਤੋਂ ਇਲਾਵਾ ਅਸੀਂ ਹੋਰ ਬਹੁਤ ਸਾਰੀਆਂ ਮੂਵਮੈਂਟਸ ਚਲਾਉਂਦੇ। ਅਵਾਰਾ ਪਸ਼ੂਆਂ ਨੂੰ ਲੈ ਕੇ ਵੀ ਸ਼ਹਿਰ 'ਚ ਅਸੀਂ ਉਹ ਮੁਹਿੰਮ ਚਲਾਈ ਸੀ। ਫਿਰ ਜਿਹੜਾ ਬੀਜੇਪੀ ਵੱਲੋਂ ਪਕੌੜੇ ਤਲਣ ਨੂੰ ਵੀ ਰੁਜ਼ਗਾਰ ਕਿਹਾ ਗਿਆ ਤਾਂ ਉਹਨੂੰ ਵੀ ਲੈ ਕੇ ਜਿਹੜਾ ਮਜ਼ਾਕ ਕੀਤਾ ਗਿਆ ਪੜ੍ਹੇ ਲਿਖੇ ਨੌਜਵਾਨਾਂ ਨਾਲ, ਉਹਨਾਂ ਨੂੰ ਵੀ ਲੈ ਕੇ ਮੁਹਿੰਮ ਚਲਾਈ। ਹੋਰ ਵੀ ਬਹੁਤ ਸਾਰੇ ਅਸੀਂ ਲੋਕਲ ਮੁੱਦੇ ਜਿਹੜੇ ਆਮ ਲੋਕਾਂ ਨੂੰ, ਚਾਹੇ ਨੋਟਬੰਦੀ ਹੋਏ, ਬਹੁਤ ਸਾਰੇ ਮੁੱਦੇ ਕੰਮ ਕਰਦੇ ਰਹੇ। ਸਾਲ 1.5 ਸਾਲ ਬਹੁਤ ਮਿਹਨਤ ਵੀ ਕੀਤੀ, ਲੇਕਿਨ ਕੁਛ ਨਿੱਜੀ ਕਾਰਨ ਹੋ ਗਏ ਅਤੇ ਜਿਸ ਕਰਕੇ ਫਿਰ ਆਪਾਂ ਜਿਹੜਾ ਦੇਖਿਆ, ਮੈਂ ਆਪਣੇ ਆਪ ਨੂੰ ਰਾਜਨੀਤੀ 'ਚ ਆ ਕੇ ਵੀ ਮੈਂ ਬਹੁਤਾ ਫਿੱਟ ਨਹੀਂ ਲੱਗ ਰਿਹਾ ਆਪਣੇ ਆਪ ਨੂੰ। ਰੀਜ਼ਨ ਬੀਇੰਗ ਰਾਜਨੀਤੀ 'ਚ ਮੈਂ ਆ ਕੇ ਦੇਖਿਆ ਵੀ ਇੱਥੇ ਉਹ ਬੰਦਾ ਜ਼ਿਆਦਾ ਕਾਮਯਾਬ ਆ ਜਿਹੜਾ ਮੂੰਹ 'ਤੇ ਕੁਛ, ਅੱਗੇ ਕੁਛ, ਪਿੱਛੇ ਕੁਛ, ਅੰਦਰ ਕੁਛ ਹੈ ਅਤੇ ਬਾਹਰ ਕੁਛ। ਮਤਲਬ ਉਹ ਆਪਣੀ ਬੇਸਿਕ ਨੇਚਰ ਨਹੀਂ ਹੈਗੀ। ਆਪਣੀ ਬੇਸਿਕ ਨੇਚਰ ਹੈ ਜੇ ਜੋ ਕੁਛ ਹੈਗਾ ਮਨ 'ਚ ਆਪਾਂ ਮੂੰਹ 'ਤੇ ਕਹਿ ਦੇਣਾ ਸਾਹਮਣੇ ਵਾਲੇ ਨੂੰ, ਉਹਨੂੰ ਚੰਗਾ ਲੱਗੇ ਬੁਰਾ ਲੱਗੇ ਤਾਂ ਉਹ ਕਈ ਚੀਜ਼ਾਂ ਫਿਰ ਕੀ ਹੁੰਦਾ ਵੀ ਉਹ ਹਰ ਇੱਕ ਬੰਦੇ ਨੂੰ ਉਹ ਬਿਹੇਵੀਅਰ ਬਹੁਤਾ ਪਸੰਦ ਨਹੀਂ ਆਉਂਦਾ। ਤਾਂ ਇਸ ਕਰਕੇ ਫਿਰ ਮੈਂ ਥੋੜ੍ਹਾ ਜਿਹਾ ਰਾਜਨੀਤੀ ਤੋਂ ਹੌਲੀ ਹੌਲੀ ਕਰਕੇ ਉਹ ਕਿਨਾਰਾ ਕਰ ਲਿਆ। ਮੈਂ ਅੱਜ ਵੀ ਜਿਹੜਾ ਹੈਗਾ ਭਾਵੇਂ ਪੋਲੀਟੀਕਲੀ ਐਕਟਿਵ ਨਹੀਂ ਹੈ, ਲੇਕਿਨ ਸੋਸ਼ਲੀ ਅਸੀਂ ਬਹੁਤ ਸਾਰੇ ਜਿਹੜੇ ਅਲੱਗ-ਅਲੱਗ ਸਮਾਜਿਕ ਕੰਮ ਆ ਉਹਨਾਂ 'ਚ ਅਸੀਂ ਫਿਰ ਵੀ ਅਜੇ ਐਕਟਿਵ ਰਹਿੰਦੇ ਹਾਂ। ਚਾਹੇ ਉਹ ਸਾਈਕਲਿੰਗ ਹੋ ਗਿਆ ਜਾਂ ਅਸੀਂ ਵੈਕਸੀਨੇਸ਼ਨ ਨੂੰ ਲੈ ਕੇ ਵੀ ਹੁਣ ਡਰਾਈਵ ਰੀਸੈਂਟਲੀ ਸ਼ੁਰੂ ਕੀਤੀ ਹੈ। ਹੋਰ ਵੀ ਕਈ ਸਾਰੇ ਜਿਹੜੇ ਆਮ ਲੋਕਾਂ ਨਾਲ ਸੰਬੰਧਿਤ ਮੁੱਦੇ ਆ ਉਹ ਟਾਈਮ ਟੂ ਟਾਈਮ ਚੁੱਕਦੇ ਰਹੇ ਆ ਪਹਿਲਾਂ ਵੀ ਅਤੇ ਅੱਗੋਂ ਵੀ ਚੁੱਕਦੇ ਰਹਾਂਗੇ। ਸਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬੜੀ ਚਰਚਾ ਛਿੜੀ ਹੋਈ ਹੈ ਜਾਂ ਕਿਹਾ ਜਾ ਸਕਦਾ ਕਿ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਪਰਮਜੀਤ ਸਿੰਘ ਸਚਦੇਵਾ ਜੀ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਐਂਟਰ ਹੋ ਰਹੇ ਨੇ, ਕਿਉਂਕਿ ਹੋਰ 6 ਮਹੀਨਿਆਂ ਤੱਕ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਅਤੇ ਬੜੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸਚਦੇਵਾ ਦੁਬਾਰਾ ਇੱਕ ਵਾਰ ਫਿਰ ਟਿਕਟ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰਨਗੇ। ਕਿੰਨੀ ਕੁ ਸੱਚਾਈ ਹੈ ਇਸ ਵਿੱਚ? ਨਹੀਂ ਦੇਖੋ, ਜਿੱਥੇ ਤੱਕ ਇਲੈਕਸ਼ਨ ਲੜਨ ਦੀ ਗੱਲ ਆ, ਮੈਂ ਜਿੱਦਾਂ ਸਾਲ 1.5 ਸਾਲ ਤੋਂ ਮੈਂ ਟੋਟਲੀ ਪੋਲੀਟੀਕਲੀ ਇਨਐਕਟਿਵ ਹਾਂ। ਐਕਟਿਵ ਰੋਲ ਨਹੀਂ ਹੈਗਾ। ਦੂਸਰਾ, ਮੈਨੂੰ ਲੋਕਲ ਸ਼ਹਿਰ ਦੇ ਜਿੰਨੇ ਵੀ ਵਲੰਟੀਅਰ ਨੇ, ਜਿਹੜੇ ਸਾਥੀ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ, ਉਹ ਅੱਜ ਵੀ ਮੇਰੇ ਟੱਚ ਵਿੱਚ ਨੇ। ਅੱਜ ਵੀ ਮੇਰੇ ਕੋਲ ਬਾਰ-ਬਾਰ ਆ ਕੇ ਮੇਰੇ 'ਤੇ ਪ੍ਰੈਸ਼ਰ ਵੀ ਬਣਾਉਂਦੇ ਆ ਵੀ ਤੁਸੀਂ ਅੱਗੇ ਆਓ, ਤੁਸੀਂ ਅੱਗੇ ਆਓ। ਈਵਨ ਸਟੇਟ ਦੀ ਲੀਡਰਸ਼ਿਪ ਜਿਹੜੀ ਸਾਡੀ ਹੈਗੀ ਆ, ਨੈਸ਼ਨਲ ਦੇ ਜਿਹੜੇ ਪ੍ਰਭਾਰੀ ਹੈਗੇ ਆ, ਸਾਡੇ ਪੰਜਾਬ ਦੇ ਪ੍ਰਭਾਰੀ ਰਾਘਵ ਚੱਡਾ, ਉਹਨਾਂ ਨਾਲ ਮੀਟਿੰਗ ਹੋਈ। ਸਟੇਟ ਦੇ ਬਹੁਤ ਸਾਰੇ MLAs ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਆ, ਉਹ ਵੀ ਆਏ, ਘਰ ਵੀ ਆਏ ਸੀਗੇ।
लेकिन हाल की घड़ी मैं अपना अजे माइंड नहीं बना पाया भी अजे मैनू लगता भी मैं पता नहीं फिट होना कि नहीं होना। मैं जो पहला एक्सपीरियंस रहा है वो मैं समझदा भी अपने आप को फिट एंड प्रॉपर परसन नहीं समझदा राजनीति वास्ते। कहा जा सकता है कि सचदेवा जी सचदेवा तक पार्टी हाईकमांड पहुँच कर रही है। हाँ नहीं हाँ ये तो की ये लगभग पिछले 6 महीनों तो ही तकरीबन पार्टी ने मैनू अप्रोच करना शुरू किया है काफ़ी देर दे। रीसेंटली भी हुण भी अप्रोच हुई है। वलंटीयर का भी बहुत सारा मेरा प्रैशर है मेरे उत्ते क्योंकि मैं उन्हां नाल जिहड़ा बड़ा मेरा निघा संबंध रहा मेरे वलंटीयर दे नाल। सारे नाल जिन्ने भी बंदे सीगे सारे मोढे नाल मोढा ला के चले आ। कोई पेड बंदा नहीं साडी पार्टी, सारे दिलों ला के दिन रात करके जिन्होंने काम किया और अज भी बड़ा प्यार है उन्होंने, अज भी बड़ी रिस्पैक्ट करते हैं तो मैं उन्होंने मशहूर हाँ इस गल का। लेकिन फिर भी मैं पार्टी नूं सपोर्ट तो करता रहा, चाहे दिल्ली के इलैक्शन होए है चाहे इत्थे लोकल कारपोरेशन के भी इलैक्शन होए है। जिन्नी कि मेरे को हथ वस सीगा तो मैं पार्टी नूं बिहाइंड दी सीन्स जरूर सपोर्ट की है। क्यों की है वो पिछे मेरा एक बहुत बड़ा रीजन है क्योंकि मैं असी बड़े छोटे जे लैवल तो जिंदगी स्टार्ट की है और लगातार देखते आए हैं भी लीडर तो जोड़े आ सारे पोलीटिकल बंदे पार्टियां वाले या लीडर वो तो करोड़ों अरबांपति हो जाते हैं। लेकिन पंजाब जिहड़ा आ हौली हौली करके कंगाली की हालत हो गया। 1980 देखिए तो पंजाब देश का नंबर 1 सूबा सी, पर कैपिटा इनकम पंजाब की पूरे देश सब तो ज़्यादा। पंजाब का जिहड़ा बजट सी वो सरप्लस सी। अब 40 साल गुजरे है, 40 साल दे विच अज पंजाब 3 लाख करोड़ के करजे च है और अज जे बच्चा जमदा ना तो वो सिर के उत्ते 1 लाख रुपए का करजा वो पहले दिन तो ही चढ़ गया जिदन उन्हें पहले दिन साह लिया। ये 40 साल जो पंजाब नूं कंगाल किया गया, स्कूलों नूं फेल करता, हस्पतालों नूं फेल कर दिता, सरकारी ट्रांसपोर्ट नूं फेल करता, हर सरकारी तंत्र नूं हौली हौली खत्म किया जा रहा। लेकिन पंजाब तो कंगाल हो गया, लेकिन जिन्होंने पंजाब चलाया उन्हां च कोई कंगाल होया? उन्हां च लीडर तो कोई कंगाल नहीं होया। लीडर तो अज तक देखो उन्होंने को इन्नी बेशुमार दौलत है जिहदा कोई हिसाब ही है नहीं। तो यदा मतलब की है, मैं एक बिजनेसमैन हाँ, मैं बिजनेसमैन की गल करदा या कोई इंडस्ट्रीलिस्ट है, कोई फैक्ट्री चलाउंदा, फैक्ट्री चंगी भली चलती पई है, प्रॉफिट च है। एक नवा बंदा मैं लाता उत्थे मैनेजर लाता, वो बंदा फैक्ट्री का भट्ठा बिठा दिंदा, ठीक है ना। फैक्ट्री घट जी प्रॉफिट सी कल नूं घट च कर दिंदा तो मैं की करूँगा? उन्होंने रखूँगा मैनेजर नूं कि नौकरी चों कड्डूँगा? सिंपल जी गल है, कॉमन सेंस वाली गल है। जिस बंदे ने पंजाब का भट्ठा बिठाता है 40 सालों तो वो इस दे काबिल ही नहीं है कि भी उन्होंने पंजाब की बागडोर दी जाए। ਤੁਸੀਂ ਕਿਸ ਨੂੰ ਸਰ ਦੋਸ਼ੀ ਮੰਨਦੇ ਹੋ ਇਸ ਵਿੱਚ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਦੀ ਤੁਸੀਂ ਗੱਲ ਕੀਤੀ ਔਰ ਦੱਸਿਆ ਹੋਇਆ ਕਿ ਕੋਈ ਬੱਚਾ ਘਰੇ ਕਿਸੇ ਦੇ ਜੰਮਦਾ ਤਾਂ ਉਹਦੇ ਪੈਂਦੀ ਸੱਟੇ ਸਿਰ ਤੇ 1 ਲੱਖ ਦਾ ਜਿਹੜਾ ਕਰਜ਼ਾ ਖੜਾ ਹੋ ਜਾਂਦਾ, ਕਿਸ ਨੂੰ ਕਸੂਰਵਾਰ ਮੰਨਦੇ ਹੋ ਉਸ ਵਿੱਚ? ਕਸੂਰਵਾਰ ਇਹਦੇ 'ਚ ਸਾਡਾ ਸਿਸਟਮ ਹੈ। सिस्टम है, मैं सिस्टम की जो गल करा ना, सिस्टम इस तरह का बन गया है। इलैक्शन का जो प्रोसीजर ले लो, अज की तरीक च कोई भी जड़ा शरीफ आदमी जड़ा एक रियल सेंस विच समाज का भला करना चाहता वो राजनीति च आने तो डरदा, यही कहता राजनीति गंदी है और कई हद तक वो सच्चाई है। मातड़ साथी आदमी अज की तरीक च इलैक्शन लड़न बारे सोच भी नहीं सकता। इलैक्शन लड़न का मतलब है करोड़ों रुपया का खर्चा। मैनू ये गल दसो भी जो सिस्टम च करोड़ों रुपये खर्च के जे कोई लीडर इलैक्शन लड़ के जित के आता, असी किद्दां उम्मीद कर लईए वो ईमानदारी नाल काम करेगा? क्योंकि जो करोड़ों रुपये का जिन्हें खर्चा करना है, या तो उन्हें कोलों फंडिंग करनी है या उसने किसी दूसरे जोड़े माफिया लोग है वो भी लोग उन्होंने मदद करते हैं। इसे करके करते हैं भी जो इस बंदा जितूगा सरकार चाहूगा मैनू फलाना ठेका मिल जाऊगा, मैं 2 नंबर के धंधे मेरे चलते रहूगे। ये सिस्टम बन गया। वोटां की गल करिए, कई इलाके ऐसे आ जिथे 500 रुपया 1000 रुपया वोट दे दिते जाते हैं, नाल दारू की बोतल दी जाती है। जिहड़ा वोट की अपनी वेच दिंदा है, एक दारू बदले 500 के नोट बदले, वो तो बेईमान हो गया। लेकिन वो ये उम्मीद करता भी जिहड़ा मेरा लीडर जिन्होंने मैं वोट पा रही है वो मेरा ईमानदारी ना काम करे। ये किद्दां पॉसीबल है? जब तक ये सिस्टम नूं सुधार नहीं करते, आपां इलैक्शन के सिस्टम नूं खर्चिਆਂ नूं घटाउंदे नहीं, तब तक इत्थे सुधार होना बहुत मुश्किल है। और उन्होंने काफ़ी हद तक आपां सुधारिया जा सकता जे सरकार की नीयत होवे। पहलां अगे सी घर घर जाके पर्चियां जाके हर एक पोलीटिकल पार्टियां देंदे सी, वो काम सरकार ने खत्म कर दिता। हुण BLO की ड्यूटी लगती है, वो थां थां हर घर जाके पर्ची दे दिंदा। मेरा यह अपील आ, जे सरकार वाकई सिंसीयर है भी कि चंगे लोग भी राजनीति च आउण
ਇਹ ਇਲੈਕਸ਼ਨ ਦੇ ਖਰਚੇ ਨੂੰ ਕਿੱਦਾਂ ਘਟਾਇਆ ਜਾ ਸਕਦਾ, ਉਹਦਾ 2-3-4 ਵੱਡੀਆਂ ਜਿਹੜੇ ਸਟੈਪ ਲਏ ਜਾ ਸਕਦੇ। ਪਹਿਲਾਂ ਰੈਲੀਆਂ ਦੇ ਉੱਤੇ, ਰੋਡ ਸ਼ੋਅ ਉੱਤੇ ਇਹ ਟੋਟਲੀ ਬੈਨ ਹੋਣਾ ਚਾਹੀਦਾ, ਇਸ਼ਤਿਹਾਰਾਂ 'ਤੇ ਬੈਨ ਹੋਣਾ ਚਾਹੀਦਾ। ਇਹ 3 ਜਿਹੜੇ ਬਹੁਤ ਵੱਡੇ ਖਰਚੇ ਆ। ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਜਿਹੜਾ ਖਰਚਾ ਹੁੰਦਾ ਇਲੈਕਸ਼ਨ ਡੇ ਵਾਲੇ ਦਿਨ ਜਿਹੜੇ ਬੂਥ ਲੱਗਦੇ ਆ, ਉਹ ਵੀ ਬਹੁਤ ਵੱਡਾ ਖਰਚਾ ਆ, ਉਹ ਵੀ ਟੋਟਲੀ ਬੈਨ ਹੋਣੇ ਚਾਹੀਦੇ ਆ। ਜਿਹੜਾ ਸਰਕਾਰੀ BLO ਜਿਹੜਾ ਇੰਚਾਰਜ ਆ, ਸਿਰਫ ਉਹੀ ਸਰਕਾਰੀ ਬੰਦਾ ਉਸ ਬੂਥ ਦੇ ਉੱਤੇ ਬੈਠਾ ਹੋਏ, ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਬੂਥ ਨਹੀਂ ਲੱਗਣਾ ਚਾਹੀਦਾ। ਇਹਨਾਂ ਚੀਜ਼ਾਂ ਨਾਲ ਘੱਟੋ ਘੱਟ ਵੀ ਜੋ ਮੇਰੀ ਸੋਚ ਕਹਿੰਦੀ ਆ ਵੀ ਅਸੀਂ ਜਿਹੜੇ ਇਲੈਕਸ਼ਨ ਦੇ ਖਰਚੇ ਨੂੰ ਤੁਸੀਂ ਅੱਧਿਆਂ ਤੋਂ ਵੀ ਥੱਲੇ ਲੈ ਕੇ ਆ ਸਕਦੇ ਹਾਂ। ਜਦੋਂ ਇਲੈਕਸ਼ਨ ਦੀ ਕਾਸਟ ਘਟੇਗੀ, ਚੰਗੇ ਲੋਕ ਰਾਜਨੀਤੀ 'ਚ ਆਉਣਗੇ ਤੇ ਭਲਾ ਤਾਂ ਹੋਣਾ। ਤੇ ਜਦੋਂ ਅਸੀਂ ਕ੍ਰਿਮੀਨਲ ਲੋਕ ਚੁਣ ਕੇ ਆਪਾਂ ਅੱਗੇ ਪਾਰਲੀਮੈਂਟ 'ਚ ਭੇਜੀ ਜਾਵਾਂਗੇ, ਅਸੈਂਬਲੀ 'ਚ ਭੇਜੀ ਜਾਵਾਂਗੇ, ਤੇ ਅਸੀਂ ਕਿੱਦਾਂ ਉਮੀਦ ਕਰੀਏ ਵੀ ਇਹ ਪੰਜਾਬ ਦੇ ਲੋਕਾਂ ਦਾ ਭਲਾ ਕਰਨਗੇ। ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਢਿੱਡ ਭਰਨਾ ਔਰ ਉਹ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਨਾ। ਉਹ ਤੁਹਾਡੇ ਸਾਹਮਣੇ ਜਿਹੜਾ ਪੰਜਾਬ ਦਾ ਸੂਬਾ ਇੱਕ ਖੁਸ਼ਹਾਲ ਹੁੰਦਾ ਸੀ, ਅੱਜ ਕੰਗਾਲ ਹੋ ਕੇ ਬਹਿ ਗਿਆ। ਸੰਜੇ ਭਾਈ, ਲੱਗਦਾ ਕਿਤੇ ਨਾ ਕਿਤੇ ਲੋਕ ਆ ਜਿਹੜੇ ਹੁਣ ਜਾਗਰੂਕ ਹੋ ਰਹੇ ਨੇ। ਇਹ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਜਾਂ ਕਿਸਾਨੀ ਅੰਦੋਲਨ ਤੋਂ ਇੱਕ ਵੱਖ ਹੋ ਕੇ ਗੱਲ ਕਰੀਏ, ਲੋਕ ਆ ਜਿਹੜੇ ਅੱਜ ਕੱਲ੍ਹ ਮੰਤਰੀਆਂ ਨੂੰ, ਵਿਧਾਇਕਾਂ ਨੂੰ ਘੇਰਨਾ ਸ਼ੁਰੂ ਕੀਤਾ, ਸਵਾਲ ਚੁੱਕਦੇ ਨੇ ਉਹਨਾਂ ਤੇ, ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ। ਕਿ ਲੱਗਦਾ ਕਿ ਲੋਕ ਆ ਜਿਹੜੇ ਆਪਣੇ ਹੱਕਾਂ ਪ੍ਰਤੀ ਹੁਣ ਜਾਗਰੂਕ ਹੋ ਰਹੇ ਨੇ? ਬਹੁਤ ਇਹ ਜਿਹੜਾ ਕਿਸਾਨੀ ਅੰਦੋਲਨ ਚੱਲਿਆ, ਇਹਨੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਦੀ ਸੋਚ ਵਿੱਚ ਬਦਲਾਅ ਕੀਤਾ ਹੈ। ਔਰ ਮੇਰੀ ਇਹ ਅਪੀਲ ਹੈ ਸਾਰੇ ਕਿਸਾਨ ਲੀਡਰਾਂ ਨੂੰ ਵੀ, ਜਦੋਂ ਵੀ ਇਲੈਕਸ਼ਨ ਹੋਣ ਤੇ ਹਰ ਪਿੰਡ ਦੇ ਵਿੱਚ ਜਿੱਦਾਂ ਤੁਸੀਂ 21 ਮੈਂਬਰੀ ਕਮੇਟੀ ਬਣਾਈ ਆ, ਉਸ ਕਮੇਟੀ ਦਾ ਇੱਕ ਡਿਊਟੀ ਲਾ ਦਿਓ ਵੀ ਜਿਹੜਾ ਲੀਡਰ, ਜਿਹੜਾ ਪੋਲੀਟੀਕਲ ਪਾਰਟੀ ਸ਼ਰਾਬ ਵੰਡਦੀ ਆ, ਉਹਨੂੰ ਫੜ ਕੇ ਨੰਗਿਆਂ ਕੀਤਾ ਜਾਏ ਔਰ ਉਹਨੂੰ ਕੋਈ ਵੋਟ ਨਾ ਪਾਈ ਜਾਏ ਪਿੰਡ ਦੇ ਵਿੱਚੋਂ। ਜਿਹੜਾ ਵੀ ਬੰਦਾ ਸ਼ਰਾਬ ਪੀਣ ਲੱਗ, ਤਾਂ ਹੌਲੀ ਹੌਲੀ ਕਰਕੇ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਲੋਕੀ ਜਾਗਰੂਕ ਹੋ ਗਏ ਤਾਂ ਇਹਨਾਂ ਲੀਡਰਾਂ ਨੂੰ ਵੀ ਸੁਧਰਨਾ ਪੈਣਾ। ਲੇਕਿਨ ਜੇ ਅਸੀਂ ਉਹੀ ਰਿਹਾ ਵੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਦਾਰੂ ਦੇਤੀ, ਪੈਸੇ ਦੇ ਦਿੱਤੇ, ਤੇ ਅਲਟੀਮੇਟਲੀ ਤਾਂ ਫਿਰ ਉਹੀ ਹੋਣਾ ਜੋ ਅੱਗੇ ਪਿੱਛੇ ਲਗਾਤਾਰ ਹੁੰਦਾ ਹੈ। ਹਾਲ ਦੀ ਗੱਲ ਕਰਦੇ ਹਾਂ, ਤੁਹਾਡੇ ਗੁਆਂਢ 'ਚ ਹੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਹੋਰਾਂ ਦਾ ਘਰ ਹੈ। ਕੱਲ੍ਹ ਜੋ ਇਨਸੀਡੈਂਟ ਵਾਪਰਿਆ, ਤੁਸੀਂ ਚੰਗੀ ਤਰ੍ਹਾਂ ਉਹ ਤੋਂ ਵਾਕਿਫ ਹੋਵੋਗੇ। ਵੱਖ-ਵੱਖ ਅਖਬਾਰਾਂ 'ਚ ਵੀ ਲੱਗੇ ਨੇ ਇਹ ਜਿਹੜੀਆਂ ਖਬਰਾਂ ਨਸ਼ਰ ਹੋਈਆਂ ਨੇ, ਚੈਨਲਾਂ 'ਤੇ ਵੀ ਹੋਈਆਂ ਨੇ ਕਿ ਇੱਕ ਮੁਲਾਜ਼ਮਾਂ ਦੀ ਮੰਗ ਸੀਗੀ ਕਿ ਮੰਤਰੀ ਸਾਹਿਬ ਆਪਣੇ ਘਰ 'ਚੋਂ ਉਤਰ ਕੇ ਬਾਹਰ ਨਿਕਲ ਕੇ ਮੰਗ ਪੱਤਰ ਲੈਣ ਆ ਜਾਣ। ਮੰਤਰੀ ਸਾਹਿਬ ਨਹੀਂ ਆਏ ਤਾਂ ਹਾਰ ਕੇ ਪੁਲਿਸ ਨੇ ਉਹਨਾਂ ਦੇ ਹਿੱਸੇ ਜਿਹੜੀਆਂ ਡਾਂਗਾਂ ਮਾਰੀਆਂ, ਚੰਗੀ ਤਰ੍ਹਾਂ ਭਰਾਈਆਂ ਉਹਨਾਂ ਦੇ, ਰੱਜ ਕੇ ਤੁਸੀਂ ਲਾਈਵ ਦੇਖਿਆ ਹੋਵੇਗਾ ਪ੍ਰੋਗਰਾਮ। ਇਹ ਬਹੁਤ ਹੀ ਮੰਦਭਾਗੀ ਗੱਲ ਆ ਔਰ ਇਹਦੀ ਜਿੰਨੀ ਨਿਖੇਧੀ ਕੀਤੀ ਜਾਏ ਓਨੀ ਘੱਟ ਆ। ਉਹ ਲੋਕਾਂ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ, ਟੀਚਰ ਜਿਹੜੇ ਪੜ੍ਹੇ ਲਿਖੇ ਆ, ਆਪਣਾ ਹੱਕ ਮੰਗਦੇ ਪਏ ਵੀ ਸਾਨੂੰ ਨੌਕਰੀਆਂ ਦਿਓ। ਟੈਟ ਪਾਸ ਜਿਹੜੇ ਹੈਗੇ ਆ, ਸਰਕਾਰੀ ਦੇ ਜਿੰਨੇ ਡਿਪਾਰਟਮੈਂਟ ਲੈ ਲਓ, 70 ਤੋਂ 80% ਡਿਪਾਰਟਮੈਂਟ 'ਚ ਜਿਹੜੀਆਂ ਸਰਕਾਰੀ ਅਸਾਮੀਆਂ ਅੱਜ ਵੀ ਖਾਲੀ ਪਈਆਂ ਆ, ਉਹਨਾਂ ਅਸਾਮੀਆਂ ਨੂੰ ਨਹੀਂ ਭਰਿਆ ਜਾ ਰਿਹਾ। ਜਿਹੜੇ ਕੁਆਲੀਫਾਈਡ ਆ ਉਹਨਾਂ ਦੀ ਉਮਰਾਂ ਨਿਕਲੀਆਂ ਜਾ ਰਹੀਆਂ ਔਰ ਉਹ ਡਾਂਗਾਂ ਖਾ ਰਹੇ ਆ। 15-15 ਸਾਲ ਤੋਂ 20-20 ਸਾਲ ਤੋਂ ਅਜੇ ਵੀ ਟੈਂਪਰੇਰੀ ਜੋਬ ਕਰ ਰਹੇ ਆ, ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਤੇ ਜੇ ਉਹ ਆਪਣੀ ਮੰਗ ਮਨਾਉਣ ਵਾਸਤੇ ਇੱਕ ਮੰਗ ਪੱਤਰ ਦੇਣਾ ਚਾਹੁੰਦੇ ਮੰਤਰੀ ਨੂੰ, ਤੇ ਮੰਤਰੀ ਨੂੰ ਆਪ ਉਹਨਾਂ ਦੇ ਕੋਲ ਘਰ ਚੱਲ ਕੇ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਦੀ ਮੰਗ ਪੱਤਰ ਹੀ ਲੈਣਾ ਨਾ, ਉਹ ਲੈਣਾ ਚਾਹੀਦਾ ਸੀ। ਬਜਾਏ ਇਸ ਦੇ ਕਿ ਉਹਨਾਂ ਟੀਚਰ ਨੂੰ ਮਿਲਣ ਦੇ, ਉਹਨਾਂ ਨੂੰ ਧਰਵਾਸਾ ਦੇਣ ਦੀ ਬਜਾਏ ਉਹਨਾਂ 'ਤੇ ਡਾਂਗਾ ਭਰਾਉਣੀਆਂ, ਜਿਹੜਾ ਇਹ ਬਹੁਤ ਹੀ ਮੰਦਭਾਗਾ ਹੈਗਾ। ਇਹ ਜਿਹੜੀ ਆ ਲੋਕੀ ਇਸ ਚੀਜ਼ ਨੂੰ ਬੜਾ ਰੱਖਦੇ ਮਨ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਣਗੇ ਤੇ ਸ਼ਾਇਦ ਉਸ ਤਰੀਕੇ ਦਾ ਆਪਣਾ ਜਿਹੜਾ ਉਹਨਾਂ ਦੇ ਲੈ ਦੇ ਕੇ ਕੋਈ ਪਾਵਰ ਆ ਜਿਹੜੀ ਵੋਟ ਦੀ, ਉਹ ਆਪਣੀ ਸ਼ਾਇਦ ਸਹੀ ਇਸਤੇਮਾਲ ਕਰਨ। ਬਿਲਕੁਲ। ਜੇਕਰ ਹੋਰ ਆਪਾਂ 6 ਮਹੀਨਿਆਂ ਬਾਅਦ ਦੀ ਗੱਲ ਕਰੀਏ ਤਾਂ ਇਹੀ ਮੰਤਰੀ ਹੋਣਗੇ। ਇਹਨਾਂ ਤੋਂ ਇਲਾਵਾ ਹੋਰ ਵੀ, ਇਕੱਲੇ ਇਹਨਾਂ ਦੀ ਗੱਲ ਨਹੀਂ ਕਰਦਾ, ਹੋਰ ਵੀ ਬਹੁਤ ਸਾਰੇ ਨੁਮਾਇੰਦੇ ਹੋਣਗੇ। ਕੋਈ ਲੋਕਾਂ ਦੇ ਘਰੇ ਬਹਿ ਕੇ ਰੋਟੀ ਖਾਂਦਾ, ਕੋਈ ਉਹਨਾਂ ਦੇ ਪੈਰੀ ਹੱਥ ਲਾਉਂਦਾ, ਕੋਈ ਗੋਡੇ ਫੜਦਾ ਕਿ ਸਾਨੂੰ ਵੋਟਾਂ ਪਾਓ। ਤੇ ਅੱਜ ਇਹੀ ਵੋਟਰਾਂ ਤੋਂ ਇਹਨਾਂ ਨੂੰ ਖਤਰਾ ਹੈ। ਕੀ ਸੋਚ ਲੱਗਦੀ ਇਹਨਾਂ ਪਿੱਛੇ? ਦੇਖੋ ਜੀ, ਇਹ ਬੜੀ ਸਾਡੇ ਕਲਚਰ ਹੀ ਬਣ ਗਿਆ, ਇੱਕ VIP ਕਲਚਰ ਬਣ ਗਿਆ। ਜਿਹੜਾ ਇੱਕ ਸਧਾਰਨ ਬੰਦਾ ਹੁੰਦਾ, ਜਿਹੜਾ ਉੱਦਾਂ ਜਦੋਂ ਲੀਡਰ ਨਹੀਂ ਹੁੰਦਾ ਤੇ ਆਮ ਲੋਕਾਂ 'ਚ ਵਿਚਰਦਾ, ਜਿੱਦਾਂ ਹੀ ਪਾਵਰ ਕੋਲ ਆਉਂਦੀ ਹੈ ਉਹਨੂੰ 2 ਗੱਡੀਆਂ ਅੱਗੇ ਚਾਹੀਦੀਆਂ, ਜਿਪਸੀਆਂ 2 ਗੱਡੀਆਂ ਪਿੱਛੇ ਚਾਹੀਦੀਆਂ, ਨਾਲ 10-12 ਪੁਲਿਸ ਦੀ ਗਾਰਡ ਚਾਹੀਦੀ ਹੈ। ਬਈ ਇਹਨਾਂ ਨੂੰ ਕਦੋਂ ਪਾਕਿਸਤਾਨੀ ਕੋਈ ਆ ਗਏ ਬੰਦੇ ਉਹਨਾਂ ਵਾਸਤੇ ਕੋਈ ਸਪੈਸ਼ਲ। ਫਿਰ ਜਦੋਂ ਇਹ ਹੀ ਲੋਕ ਜਦੋਂ ਸੱਤਾ 'ਚ ਨਹੀਂ ਹੁੰਦੇ, ਫਿਰ ਇਹਨਾਂ ਨੂੰ ਕੋਈ ਖਤਰਾ ਨਹੀਂ, ਫਿਰ ਇਕੱਲੇ ਇਕੱਲੇ ਉੱਦੇ ਤੁਰੇ ਫਿਰਦੇ ਬਾਜ਼ਾਰਾਂ 'ਚ। ਇਹਦਾ ਮਤਲਬ ਕੀ ਹੈ? ਸਰਕਾਰੀ ਤੰਤਰ ਦਾ ਰੱਜ ਕੇ ਦੁਰਉਪਯੋਗ ਹੋ ਰਿਹਾ, ਸਿਰਫ ਆਪਣੇ ਆਪ ਨੂੰ ਇੱਕ VIP ਕਲਚਰ ਦੇਣ ਵਾਸਤੇ। ਤੁਸੀਂ ਆਮ ਲੋਕਾਂ 'ਚ ਕਿਉਂ ਨਹੀਂ ਵਿਚਰਦੇ ਸਿੱਧੇ ਤਰੀਕੇ ਨਾਲ? ਤੁਸੀਂ ਦਿੱਲੀ ਜਾ ਕੇ ਦੇਖੋ, ਮੈਂ ਆਪਣੀ ਅੱਖੀਂ ਦੇਖ ਕੇ ਆਇਆ। ਦਿੱਲੀ ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉਹਦੇ ਨਾਲ ਇੱਕ ਡਰਾਈਵਰ ਹੁੰਦਾ, ਇੱਕ ਉਹਦਾ PA ਹੁੰਦਾ, 3 ਜਣੇ ਇਕੱਲੇ ਜਿੱਦਾਂ ਮਰਜ਼ੀ ਘੁੰਮਦੇ ਫਿਰਦੇ ਲੋਕਾਂ 'ਚ।
ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ। ਮੁੱਖ ਮੰਤਰੀ ਦਾ ਤਾਂ ਜੋ ਪ੍ਰੋਟੋਕੋਲ ਆ ਤਾਂ ਸੋ ਹੈਗਾ ਹੀ ਹੈ। ਬਾਕੀ ਕੋਈ ਮੰਤਰੀ ਆਪਣੇ ਨਾਲ ਕੋਈ 10-10 12 ਗਨਮੈਨ ਜਾਂ ਜਿਪਸੀਆਂ ਨਹੀਂ ਲੈ ਕੇ ਤੁਰੇ ਫਿਰਦੇ। ਤੁਸੀਂ ਵਿੱਤੀ ਬੋਝ ਦੀ ਗੱਲ ਕਰ ਰਹੇ ਹੋ, ਸਿੱਧੇ ਤੌਰ ਤੇ ਕਿਹਾ ਜਾ ਸਕਦਾ ਵਿੱਤੀ ਬੋਝ ਦੀ ਜਿਹੜਾ ਜਨਤਾ ਤੇ ਹੈ ਉਸ ਦੀ ਗੱਲ ਕਰ ਰਹੇ ਹੋ ਸਰ। ਜੇਕਰ ਗੱਲ ਕਰੀਏ ਮੁਲਾਜ਼ਮ ਅੱਜ ਆਪਣੀਆਂ ਪੈਨਸ਼ਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਤਾਂ ਇੱਕ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣੀ ਆ ਜਾਂ ਹੋਰ ਵੀ ਬਹੁਤ ਸਾਰੇ ਸੀਨੀਅਰ ਨੁਮਾਇੰਦੇ ਨੇ, ਮੁੱਖ ਮੰਤਰੀ ਰਹਿ ਚੁੱਕੇ ਨੇ, ਹੋਰ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ, ਅੱਜ 5-5 7-7 ਪੈਨਸ਼ਨਾਂ ਜਿਹੜੀਆਂ ਲੈ ਰਹੇ ਨੇ। ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਵੀ ਤੁਹਾਡੇ ਕੋਲ ਪੋਲੀਟੀਕਲ ਪਾਰਟੀ ਦਾ ਕੋਈ ਵੀ ਪੋਲੀਟੀਕਲ ਪਾਰਟੀ ਦਾ ਤੁਹਾਡੇ ਕੋਲ ਬੰਦਾ ਆਉਂਦਾ, ਉਹਨੂੰ ਕਹੋ ਵੀ ਪਹਿਲਾਂ ਜਾ ਕੇ ਆਪਣੇ ਮੈਨੀਫੈਸਟੋ 'ਚ ਪਾ ਕੇ ਦੇ ਵੀ ਜੇ ਸਾਡੀ ਸਰਕਾਰ ਆਊਗੀ ਅਸੀਂ ਇਹ ਜਿਹੜੀਆਂ ਪੈਨਸ਼ਨਾਂ MLA ਨੂੰ ਜਾਂ MP ਨੂੰ 3-3 4-4 ਮਿਲਦੀਆਂ ਪਈਆਂ ਉਹਨੂੰ ਅਸੀਂ ਤਰਕ ਸੰਗਤ ਕਰਾਂਗੇ। ਜਿਹੜੇ ਭੱਤੇ ਦਿੰਦੇ ਆ ਅੱਜ ਦੀ ਤਰੀਕ 'ਚ 300-400 ਰੁਪਏ 500 ਰੁਪਏ ਦਾ ਇੱਕ ਮੋਬਾਈਲ ਦਾ ਰੀਚਾਰਜ ਆਉਂਦਾ, 3 ਮਹੀਨੇ ਤੁਹਾਨੂੰ ਅਨਲਿਮਿਟਿਡ ਡਾਟਾ ਅਤੇ ਅਨਲਿਮਿਟਿਡ ਕਾਲਿੰਗ ਹੈ। ਸਮਝੋ 150-200 ਰੁਪਏ ਮਹੀਨੇ ਦਾ, ਅਤੇ 15,000 ਰੁਪਏ ਟੈਲੀਫੋਨ ਪੱਤਾ ਅਜੇ ਵੀ ਕਾਹਦਾ ਦੇ ਰਹੇ ਹੋ ਤੁਸੀਂ? ਇਹ ਜਿਹੜੇ ਭੱਤੇ ਅਤੇ ਜਿਹੜੀਆਂ ਤਨਖਾਹਾਂ ਹੈ ਇਹ ਤਰਕ ਸੰਗਤ ਹੋਣੀਆਂ ਚਾਹੀਦੀਆਂ। ਔਰ ਇਹ ਲੋਕਾਂ ਨੂੰ ਚਾਹੀਦਾ ਜਿਹੜਾ ਵੀ ਲੀਡਰ ਤੁਹਾਡੇ ਕੋਲ ਵੋਟਾਂ ਮੰਗਣ ਆਉਂਦਾ ਉਹਨੂੰ ਕਹੇ ਭਾਈ ਤੇਰੇ ਮੈਨੀਫੈਸਟੋ 'ਚ ਲਿਖਿਆ ਇਹ ਗੱਲ ਵੀ ਅਸੀਂ ਜਿਹੜੀਆਂ ਪੈਨਸ਼ਨਾਂ ਜਿਹੜੀਆਂ ਬੰਦ ਕਰਾਂਗੇ। ਇੱਕ ਮੈਂ ਪੁਲਿਸ ਵਾਲੇ ਦੀ ਗੱਲ ਕਰਦਾ, ਉਹ ਇੰਸਪੈਕਟਰ ਹੁੰਦਾ, ਫਿਰ DSP ਲੱਗਦਾ, ਫਿਰ SP ਲੱਗ ਕੇ ਰਿਟਾਇਰ ਹੋ ਜਾਂਦਾ, ਤਾਂ ਉਹਨੂੰ ਪੈਨਸ਼ਨ ਇੱਕ ਮਿਲਦੀ ਆ SP ਦੀ, ਉਹਨੂੰ ਥੱਲੇ ਇੰਸਪੈਕਟਰ ਦੀ ਜਾਂ DSP ਦੀ ਪੈਨਸ਼ਨ ਤਾਂ ਨਹੀਂ ਮਿਲਦੀ ਨਾ। ਇੱਥੇ ਬੰਦਾ ਇੱਕ MLA ਬਣਦਾ, ਫਿਰ MP ਬਣ ਜਾਂਦਾ, ਫਿਰ ਰਾਜ ਸਭਾ ਵੀ ਬਣ ਜਾਂਦਾ, 3-3 ਪੈਨਸ਼ਨ। ਉਹ 5 ਸਾਲ ਦਾ ਇੱਕ ਬਣ ਗਿਆ, 2 ਵਾਰੀ ਬਣ ਗਿਆ, 3 ਵਾਰੀ ਬਣ ਗਿਆ, 6-6 7-7 ਪੈਨਸ਼ਨ। ਉਹ ਤੁਸੀਂ ਕਿਸ ਗੱਲ ਦੀਆਂ ਪੈਨਸ਼ਨਾਂ ਲੈਂਦੇ? ਇਸ ਗੱਲ ਦੀਆਂ ਵੀ ਤੁਸੀਂ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਇਹਨਾਂ ਨੂੰ ਲੋਕਾਂ ਨੂੰ ਤਾਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਅੱਜ ਪੰਜਾਬ ਕਰਜ਼ਾਈ ਹੋ ਗਿਆ। ਜਿੰਨਾ ਕਰਜ਼ਾ ਸਿਰ ਦੇ ਉੱਤੇ ਚੜ੍ਹਿਆ ਆ ਉਸ ਕਰਜ਼ੇ ਦਾ ਵਿਆਜ ਦੇਣ ਵਾਸਤੇ ਹੀ ਪੰਜਾਬ ਹੋਰ ਕਰਜ਼ੇ ਤੋਂ ਕਰਜ਼ਾਈ ਲੈ ਰਹੀ ਹੈ। ਹੁਣ ਰੀਸੈਂਟਲੀ ਜਿਹੜੇ 500 ਕਿੰਨੇ ਕਰੋੜ ਦੀ ਜਿਹੜੇ ਕਰਜ਼ੇ ਮਾਫ ਕੀਤੇ ਆ, ਕਿੱਥੋਂ ਆਏ ਪੈਸੇ? ਬੈਂਕ ਤੋਂ ਕਰਜ਼ਾ ਲੈ ਕੇ ਤੁਸੀਂ ਲੋਕਾਂ ਦੇ ਕਰਜ਼ੇ ਮਾਫ ਕਰੀਏ ਨਾ, ਲੱਖ ਲਾਉਣ ਦਾ ਤੁਹਾਡੇ ਉੱਤੇ। ਇਹ ਕਿਹੜੀ ਪਲੈਨਿੰਗ ਕਰਦੇ ਪਏ ਤੁਸੀਂ ਅੱਗੇ ਆਉਣ ਵਾਲੀ ਪੀੜ੍ਹੀ ਦੇ ਤੁਸੀਂ ਬੇੜੀਆਂ 'ਚ ਵੱਟੇ ਪਾ ਰਹੇ ਹੋ। ਤੁਸੀਂ ਬੈਂਕ ਤੋਂ ਕਰਜ਼ਾ ਲੈ ਕੇ ਲੋਕਾਂ ਦੇ ਕਰਜ਼ੇ ਮਾਫ ਕਰਦੇ ਪਏ ਹੋ। ਤੁਸੀਂ ਸਰਕਾਰ ਦੀ ਇਨਕਮ ਨੂੰ ਵਧਾਉਣ ਬਾਰੇ ਕਿਉਂ ਨਹੀਂ ਸੋਚਦੇ ਪਏ? ਜਿੱਥੋਂ ਸਰਕਾਰ ਦੀ ਇਨਕਮ ਵੱਧ ਸਕਦੀ ਆ ਉੱਥੇ ਤੁਸੀਂ ਕੋਈ ਹੱਥ ਨਹੀਂ ਪਾਉਂਦੇ। ਮਾਈਨਿੰਗ ਲੈ ਲਓ, ਸ਼ਰਾਬ ਲੈ ਲਓ, ਕੇਬਲ ਮਾਫੀਆ ਲੈ ਲਓ, ਜਿੰਨੇ ਵੀ ਇਹ ਹੈਗੇ ਆ, ਇਹ ਸਰਕਾਰ ਆਪਣੇ ਹੱਥ 'ਚ ਤਲੇ ਸਰਕਾਰ ਦੇ ਖਜ਼ਾਨੇ ਭਰ ਜਾਣੇ। ਉਹ ਕਿਉਂ ਨਹੀਂ ਕਰਦੇ ਪਏ? ਕਿਉਂਕਿ ਬਹੁਤ ਸਾਰੇ ਬਿਊਰੋਕਰੇਟ ਔਰ ਬਹੁਤ ਸਾਰੇ ਪੋਲੀਟੀਸ਼ੀਅਨ ਦੇ ਜਿਹੜੇ ਆ ਟਿੱਪਰ ਚੱਲਦੇ ਆ, ਉਹਨਾਂ ਦੇ 2 ਨੰਬਰ ਦੀਆਂ ਸ਼ਰਾਬਾਂ ਵਿਕਦੀਆਂ। ਜੇ ਇਹ ਸਾਰਾ ਕੁਝ ਸੁਧਾਰ ਕਰ ਦਿੱਤਾ ਤੇ ਉਹਨਾਂ ਦਾ ਕੀ ਬਣੂਗਾ ਜਿਹੜਾ ਇਹ ਕਰਪਟ ਸਿਸਟਮ ਨਾਲ ਜਿਹੜੇ ਪੈਸੇ ਖਾਂਦੇ ਪਏ। ਸਰ ਮਾਈਨਿੰਗ ਦੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ, ਜਦੋਂ ਵਜ਼ਾਰਤ ਵਿੱਚ ਉਹ ਮੰਤਰੀ ਬਣੇ ਸਨ ਤਾਂ ਉਹਨਾਂ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਤੇਲੰਗਾਨਾ ਦੇ ਆਧਾਰ ਤੇ ਕਿ ਜੇਕਰ ਇਸ ਹਿਸਾਬ ਨਾਲ ਪੰਜਾਬ ਮਾਈਨਿੰਗ ਨੂੰ ਚਲਾਉਂਦਾ ਹੈ ਤਾਂ ਜਿਹੜਾ ਇਹ ਮਾਲੀਆ ਵਾ ਬਹੁਤ ਰੈਵਨਿਊ ਇਕੱਠਾ ਹੋ ਸਕਦਾ। ਪਰ ਉਸ ਤੋਂ ਬਾਅਦ ਉਹਨਾਂ ਦੀ ਨਹੀਂ ਕੋਈ ਦਾਅ ਪੇਸ਼ ਚੱਲਦੀ ਤਾਂ ਪਾਰਟੀ ਤੋਂ ਕਿਨਾਰਾ ਕਰ ਲੈਂਦੇ ਨੇ। ਹੁਣ ਦੁਬਾਰਾ ਉਹਨਾਂ ਨੂੰ ਪਾਰਟੀ ਦੇ ਵਿੱਚ ਹੁਣ ਮਹਿਜ 6 ਮਹੀਨਿਆਂ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ, ਪਾਰਟੀ ਦਾ ਪੰਜਾਬ ਪ੍ਰਧਾਨ ਲਗਾ ਦਿੱਤਾ ਗਿਆ ਔਰ ਨਾਲ ਦੇ ਨਾਲ ਪਹਿਲੀ ਵਾਰ ਦੇਖਣ 'ਚ ਆ ਰਿਹਾ ਕਿ ਨਾਲ 4 ਐਕਟਿੰਗ ਜਿਹੜੇ ਪ੍ਰਧਾਨ ਲਗਾਏ ਗਏ ਨੇ। ਕਿਸ ਤਰ੍ਹਾਂ ਦੇਖਦੇ ਹੋ ਸਾਰਾ ਵਰਤਾਰਾ ਜਿਹੜਾ ਪਾਰਟੀ ਦਾ ਹਾਈ ਕਮਾਂਡ ਕਾਂਗਰਸ ਦਾ? ਦੇਖੋ ਜੀ, ਸਿੱਧੂ ਸਾਹਿਬ ਦੀ ਮੈਂ ਜੇ ਗੱਲ ਕਰਾਂ, ਪਹਿਲਾਂ ਉਹ ਰਹੇ ਸਾਡੇ ਲੋਕਲ ਬੋਡੀਜ਼ ਮਿਨਿਸਟਰ। ਜਦੋਂ ਲੋਕਲ ਬੋਡੀ ਮਿਨਿਸਟਰ ਸੀਗੇ ਪੰਜਾਬ ਸਰਕਾਰ 'ਚ ਤਾਂ ਉਹਨਾਂ ਨੇ ਬੜੇ ਵੱਡੇ ਪੱਧਰ 'ਤੇ ਸਿਸਟਮ ਨੂੰ ਸਮੂਥ ਲਾਈਨ ਕਰਨਾ ਚਾਹਿਆ ਤਾਂ ਕਿ ਕਰਪਸ਼ਨ ਕਿਸੇ ਤਰੀਕੇ ਨਾਲ ਬੰਦ ਹੋਵੇ। ਅਤੇ ਕੀ ਬਣਿਆ ਸੀ ਉਹਦਾ? ਕਿਉਂਕਿ ਜਿਹੜੀ ਲੌਬੀ ਦੇ ਅਗੇਂਸਟ, ਸਿਸਟਮ ਦੇ ਅਗੇਂਸਟ ਤੁਸੀਂ ਕੰਮ ਕਰਨਾ, ਉਹ ਆਮ ਲੋਕਾਂ ਦੇ ਤਾਂ ਨੁਕਸਾਨ ਕਰ ਰਹੀ ਹੈ, ਉਹਨਾਂ ਦੇ ਹੱਕਾਂ ਦੇ ਡਾਕਾ ਮਾਰ ਰਿਹਾ ਸਿਸਟਮ। ਲੇਕਿਨ ਜਿਹੜੇ ਕਰਪਟ ਲੋਕ ਆ ਉਹਨਾਂ ਨੂੰ ਤਾਂ ਕਰਪਟ ਸਿਸਟਮ ਬਹੁਤ ਸੂਟ ਕਰਦਾ। ਜਿਹੜਾ ਉਸ ਸਿਸਟਮ ਦੇ ਖਿਲਾਫ ਚੱਲੂਗਾ ਤੇ ਇਹ ਸਾਰਾ ਮਾਫੀਆ ਇਕੱਠਾ ਹੋ ਕੇ ਉਸ ਬੰਦੇ ਨੂੰ ਖੁੱਡੇ ਲਾਈਨ ਲਾ ਦਿੰਦੇ ਆ। ਕੀ ਕਰਨਾ ਪਿਆ ਉਹਨੂੰ? ਉਹਦਾ ਮੰਤਰਾਲਿਆ ਉਹਦੇ ਕੋਲ ਖੋਲ੍ਹਿਆ, ਜਲੀਲ ਕਰਕੇ ਉਹਨੂੰ ਬਾਹਰ ਕੱਢ ਦਿੱਤਾ ਗਿਆ, ਉਹਦੇ ਸਿਰ ਠੀਕਰਾ ਭੰਨਿਆ ਗਿਆ ਜੀ। ਸ਼ਹਿਰਾਂ 'ਚ ਸਾਡੀ ਵੋਟ ਜਿਹੜੀ ਆ ਉਹ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਇਹ ਸਿੱਧੂ ਕਰਕੇ ਅਸੀਂ ਹਾਰੇ ਹਾਂ, ਉਹਦੇ ਸਿਰ ਠੀਕਰਾ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਮਤਲਬ ਕੀ ਹੋਇਆ ਵੀ ਜਿਹੜਾ ਬੰਦਾ ਸਿਸਟਮ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਠੋਕ ਕੇ ਰੱਖ ਦਿੰਦੇ ਆ ਸਿਸਟਮ। ਹੁਣ ਇਲੈਕਸ਼ਨਾਂ 'ਚ ਰਹਿ ਗਿਆ ਥੋੜ੍ਹੇ ਦਿਨ, ਉਹਨੂੰ ਇਸ ਵੇਲੇ ਬਣਾਤਾ ਪੰਜਾਬ ਦਾ ਪ੍ਰਧਾਨ ਲਾਤਾ ਪਾਰਟੀ ਦਾ, ਲੇਕਿਨ ਉਹਦੇ ਕੋਲ ਐਗਜ਼ੀਕਿਊਟਿਵ ਪਾਵਰ ਨਹੀਂ ਹੈ। ਐਗਜ਼ੀਕਿਊਟਿਵ ਪਾਵਰ ਅੱਜ ਵੀ ਮੁੱਖ ਮੰਤਰੀ ਦੇ ਕੋਲ ਆ। ਬਾਕੀ ਸ਼ੁਭ ਕਾਮਨਾਵਾਂ ਨੇ, ਜੇ ਉਹ ਸਿੱਧੂ ਸਾਹਿਬ ਕਾਂਗਰਸ 'ਚ ਰਹਿ ਕੇ ਜੇ ਪਰਫਾਰਮ ਕਰਨ ਤਾਂ ਚਲੋ ਪੰਜਾਬ ਦਾ ਕੁਛ ਭਲਾ ਕਰ ਸਕਣ। ਜੋ ਉਹਨਾਂ ਨੇ ਮੁੱਦੇ ਚੁੱਕੇ ਸੀ ਜੇ ਉਹਨਾਂ ਦੇ ਉੱਤੇ ਕੋਈ ਵਰਕ ਕਰ ਸਕਣ, ਜੇ ਤੇਲੰਗਾਨਾ ਦੀ ਜਿਹੜੀ ਪੋਲਿਸੀ ਦਿੱਤੀ ਸੀ ਉਹਨੂੰ ਇੰਪਲੀਮੈਂਟ ਕਰਨ 'ਚ ਕਾਮਯਾਬ ਹੋ ਜਾਣ, ਜਿਹੜੀ ਤਾਮਿਲਨਾਡੂ ਦੀ ਜਿਹੜੀ ਲੀਕਰ ਪੋਲਿਸੀ ਹੈ ਉਹਨੂੰ ਲਾਗੂ ਕਰਨ 'ਚ ਕਾਮਯਾਬ ਹੋ ਜਾਣ, ਜਿਹੜੀ ਕੇਬਲ ਮਾਫੀਆ ਦੀ ਜਿਹੜੀ ਰੈਵਨਿਊ ਆ
ਉਹਨੂੰ ਕੁਛ ਕਲੈਕਟ ਕਰਨ, ਸਰਕਾਰ ਦਾ ਖਜ਼ਾਨਾ ਭਰਨ, ਤਾਂ ਕਿ ਜਦੋਂ ਸਰਕਾਰ ਦਾ ਖਜ਼ਾਨਾ ਭਰੇ, ਇੱਕ ਤਾਂ ਸਿਰ ਤੋਂ ਕਰਜ਼ਾ ਲੱਥੇ ਪੰਜਾਬ ਦਾ, ਔਰ ਦੂਸਰਾ ਜਿਹੜਾ ਖਾਲੀ ਸਾਮੀਆਂ ਪਈਆਂ ਸਰਕਾਰੀ ਡਿਪਾਰਟਮੈਂਟ ਦੀਆਂ ਉਹਨਾਂ ਨੂੰ ਭਰਨ 'ਚ ਕੁਛ ਮਦਦ ਮਿਲੇ। ਇੱਕ ਉਹਨਾਂ ਨੇ ਇੱਕ ਹੋਰ ਵੀ ਜਿਹੜੀ ਸਿੱਧੂ ਸਾਹਿਬ ਨੇ ਕਿਹਾ ਸੀ ਵੀ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਉਹਨਾਂ ਦੇ ਉੱਤੇ ਸਾਰੇ ਭੂ ਮਾਫੀਆ ਨੇ ਕਬਜ਼ਾ ਕੀਤਾ ਹੋਇਆ। ਜੇ ਆਪਾਂ ਉਹੀ ਮੋਹਾਲੀ ਦਾ ਇੱਕ ਦੱਸ ਰਹੇ ਵੀ ਜੇ ਅਸੀਂ ਉਹੀ ਇੱਕ ਪਲਾਟ ਜਿਹੜੇ ਏਰੀਆ ਛੁਡਾ ਲਈਏ ਤਾਂ ਪੰਜਾਬ ਦਾ ਸਾਰਾ ਕਰਜ਼ਾ ਲੈ ਸਕਦਾ। ਚਲੋ ਅਸੀਂ ਸ਼ੁਭ ਕਾਮਨਾਵਾਂ ਦੇਵਾਂਗੇ ਵੀ ਸਿੱਧੂ ਸਾਹਿਬ ਪਾਵਰ 'ਚ ਆਉਣ, ਅਤੇ ਜੇ ਲੋਕਾਂ ਦਾ ਕੋਈ ਭਲਾ ਕਰ ਸਕਦੇ ਤਾਂ ਬਹੁਤ ਵਧੀਆ, ਚੰਗੀ ਗੱਲ ਹੈ। ਜੇਕਰ ਸਰ ਦੁਬਾਰਾ ਪਾਰਟੀ ਤੁਹਾਡੇ ਤੇ ਵਿਸ਼ਵਾਸ ਦਿਖਾਉਂਦੀ ਹੈ, ਆਮ ਆਦਮੀ ਪਾਰਟੀ ਤੁਹਾਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ, ਤਾਂ ਕੀ ਲੱਗਦਾ ਵਿਸ਼ਵਾਸ ਦੁਬਾਰਾ ਜਿੱਤਣ 'ਚ ਕਾਮਯਾਬ ਹੋ ਸਕੋਗੇ? ਸਭ ਤੋਂ ਪਹਿਲਾਂ ਲੋਕਾਂ ਦੀ ਬਾਤ ਦੀ ਗੱਲ ਹੈ, ਸਭ ਤੋਂ ਪਹਿਲਾਂ ਆਪਣੇ ਵਰਕਰਾਂ ਦਾ, ਆਗੂਆਂ ਦਾ ਜੋ ਕਾਫੀ ਕਸ਼ਮਕਸ਼ ਦੇ ਵਿੱਚ ਨੇ, ਕਾਫੀ ਸਾਰੇ ਆਗੂ ਨੇ ਜਿਹੜੇ ਇਸ ਦੌੜ ਦੇ ਵਿੱਚ ਨੇ ਟਿਕਟ ਲੈਣ ਦੇ। ਹਾਂ, ਇਹ ਤਾਂ ਬਿਲਕੁਲ ਸਹੀ ਹੈ ਵੀ ਹੁਸ਼ਿਆਰਪੁਰ 'ਚ ਇਸ ਵੇਲੇ 3-4 ਅਲੱਗ-ਅਲੱਗ ਆਗੂ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਕੌਨਫੀਡੈਂਸ ਲਈਏ ਲੋਕਾਂ ਨੂੰ, ਅਤੇ ਮੇਰੀਆਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਨੇ। ਜਿਹੜਾ ਵੀ ਪਾਰਟੀ ਚਾਹੇ ਕੋਈ ਅੱਛਾ ਚਿਹਰਾ ਜਿਹੜਾ ਪਾਰਟੀ ਦਊਗੀ, ਅਤੇ ਲੋਕ ਜਿਹੜੇ ਇਸ ਵੇਲੇ ਜੋ ਲੱਗਦਾ ਹੈ ਵੀ ਉਹਨਾਂ ਨੇ ਦੋਨਾਂ ਦੇ ਰਾਜ ਦੇਖ ਲਿਆ, ਕੈਪਟਨ ਸਾਹਿਬ ਵੀ ਦੇਖ ਲਿਆ, ਬਾਦਲ ਸਾਹਿਬ ਦਾ ਵੀ ਰਾਜ ਦੇਖ ਲਿਆ, ਅਤੇ ਤੀਜਾ ਬਦਲ ਜੋ ਦਿੱਲੀ 'ਚ ਉਹਨਾਂ ਨੇ ਕੰਮ ਕਰਕੇ ਦਿਖਾਇਆ ਸਹੀ ਮਾਇਨੇ 'ਚ। ਦੇਖੋ ਜਦੋਂ ਨੀਅਤ ਸਾਫ਼ ਹੋਈ ਨਾ ਦਿੱਲੀ 'ਚ, ਹੁਣ ਲੀਕਰ ਪੋਲਿਸੀ ਜਿਹੜੀ ਸਰਕਾਰ ਨੇ ਆਪਣੇ ਹੱਥ 'ਚ ਲਈ, 2014 ਜਦੋਂ ਕੇਜਰੀਵਾਲ ਦੀ ਸਰਕਾਰ ਆਈ ਸੀ, ਦਿੱਲੀ ਸਰਕਾਰ ਦਾ ਬਜਟ 33,000 ਕਰੋੜ ਦਾ ਸੀ। ਇਸ ਵੇਲੇ ਉਹ 2020 ਜਿਹੜਾ ਲੇਟੈਸਟ ਬਜਟ ਆਇਆ ਉਹ 69,000 ਕਰੋੜ ਦਾ ਹੈ। ਮਤਲਬ ਡਬਲ ਤੋਂ ਉੱਤੇ ਤੁਸੀਂ ਜਿਹੜੀ ਆ ਉਹ ਆਪਣੇ ਬਜਟ ਦੀ ਇਨਕਮ ਜਿਹੜੀ ਆ ਡਬਲ ਕਰ ਲਈ ਹੈ। ਫਿਰ ਜਿੱਥੇ ਪੈਸੇ ਖਰਚਦੇ ਹੋ ਉੱਥੋਂ ਵੀ ਜਿਹੜਾ ਤੁਸੀਂ ਬਹੁਤ ਸਾਰੀ ਸੇਵਿੰਗ ਕੀਤੀ। ਜਿਹੜੇ ਪੁਲਾਂ ਦੀ ਆਪਾਂ ਜਦੋਂ ਆਏ ਸੀ ਸ਼ੀਲਾ ਦੀਕਸ਼ਿਤ ਟਾਈਮ 'ਤੇ ਟੈਂਡਰ ਪਾਸ ਹੋ ਗਏ, ਉਹਨਾਂ ਪੁਲਾਂ 'ਚੋਂ ਵੀ 350 ਕਰੋੜ ਦੀ ਬੱਚਤ ਕਰ ਲਈ। ਇਹਦਾ ਮਤਲਬ ਕੀ ਹੈ? ਤੋ ਇਹ ਸਾਰਾ ਓਪਨ ਸੀਕਰਟ ਹੈ। ਸਰਕਾਰ ਦਾ ਕੋਈ ਪ੍ਰੋਜੈਕਟ ਹੋਏ ਜਿੱਥੇ 100 ਰੁਪਏ ਖਰਚਾ ਆਉਣਾ ਉੱਥੇ 150-200 ਰੁਪਏ ਖਰਚਾ ਆਉਂਦਾ। 10 ਲੱਖ ਦੀ ਗ੍ਰਾਂਟ ਆਉਂਦੀ ਆ, ਰੇਸ਼ੋ ਵੱਧ ਘੱਟ ਹੋ ਸਕਦੀ ਹੈ, ਲਗਭਗ ਅੱਧੀ ਗ੍ਰਾਂਟ ਦੇ ਖੁਰਦ ਪੁਰਦ 30%, 40% ਕਹਿ ਲਓ, 50% ਕਹਿ ਲਓ, ਉਹ ਹਿੱਸਿਆਂ 'ਚ ਵੰਡੀ ਜਾਂਦੀ ਹੈ। ਇਹ ਜਦੋਂ ਇਹ ਪਿਲਫਰੇਜ ਰੋਕੀ ਜਾਏ ਅਤੇ ਕਲੈਕਸ਼ਨ ਜਿਹੜੀ ਵਧਾਈ ਜਾਏ, ਇਨਕਮ ਜਿਹੜੇ ਸੋਰਸ ਦੇ ਜਿਹੜੇ ਆ ਜਿੱਥੋਂ ਸਰਕਾਰ ਦੀ ਇਨਕਮ ਵੱਧ ਸਕਦੀ ਹੈ, ਦੋ ਚੀਜ਼ਾਂ ਨਾਲ ਹੀ ਜਿਹੜਾ ਪੰਜਾਬ ਦਾ ਇਹਨਾਂ ਨਾਲ ਦੋਨਾਂ ਨਾਲ ਵੀ ਭਲਾ ਹੋ ਸਕਦਾ। ਲੇਕਿਨ ਉਹਦੇ ਵਾਸਤੇ ਨੀਅਤ ਅਤੇ ਨੀਤੀ ਦੋਨੋਂ ਸਾਫ਼ ਚਾਹੀਦੀਆਂ। ਪਿੱਛੇ ਨੀਅਤ ਵੀ ਹੋਏ ਕੰਮ ਕਰਨ ਦੀ ਅਤੇ ਨੀਤੀ ਵੀ ਉਸੇ ਤਰੀਕੇ ਦੀ ਹੋਏ। ਦਿੱਲੀ 'ਚ ਕੰਮ ਉਹਨਾਂ ਕਰਕੇ ਦਿਖਾਇਆ, ਜੋ ਇਨਕਮ ਵਧੀ ਸਰਕਾਰ ਦੀ ਉਹਦੇ 'ਚ ਉਹਨਾਂ ਨੇ ਬਿਜਲੀ ਵੀ ਫ੍ਰੀ ਕਰਕੇ ਦਿੱਤੀ, ਪਾਣੀ ਵੀ ਫ੍ਰੀ ਕਰਕੇ ਦਿੱਤਾ। ਸਕੂਲਾਂ ਦਾ ਮੈਂ ਆਪ ਪਰਸਨਲੀ ਜਾ ਕੇ ਦਿੱਲੀ ਦੇ ਘੱਟੋ ਘੱਟ ਦਰਜਨਾਂ ਸਕੂਲ ਹੋਣੇ ਜਿਹੜੇ ਮੈਂ ਪਰਸਨਲੀ ਆਪ ਜਾ ਕੇ ਵਿਜ਼ਿਟ ਕਰਕੇ ਦੇਖੇ ਹੈ। ਇੱਥੇ ਇਸ ਤਰ੍ਹਾਂ ਦਾ ਹੁਸ਼ਿਆਰਪੁਰ 'ਚ ਕੋਈ ਵੀ ਪ੍ਰਾਈਵੇਟ ਸਕੂਲ ਵੀ ਇੰਨਾ ਹੈ ਨਹੀਂ ਜਿੰਨੇ ਵਧੀਆ ਵਧੀਆ ਉਹਨਾਂ ਨੇ ਸਰਕਾਰੀ ਸਕੂਲ ਬਣਾ ਕੇ ਦਿੱਤੇ ਹੈ। ਇਹੀ ਆਮ ਲੋਕਾਂ ਦਾ ਕੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਕੰਮ ਕਰਨ ਨੂੰ ਵਧੀਆ ਐਟਮੋਸਫੀਅਰ ਮਿਲ ਜਾਏ, ਜੇ ਖੁਦਾ ਨਾ ਖਾਸਤਾ ਬਿਮਾਰ ਹੋ ਜਾਈਏ ਸਾਡੇ ਹਸਪਤਾਲਾਂ 'ਚ ਇਲਾਜ ਵਧੀਆ ਹੋ ਜਾਏ ਤਾਂ ਸਾਡੇ ਬੱਚਿਆਂ ਨੂੰ ਪੜ੍ਹਨ ਵਾਸਤੇ ਚੰਗੇ ਸਕੂਲ ਮਿਲ ਜਾਣੇ। ਆਮ ਲੋਕਾਂ ਦਾ ਇਸ ਤੋਂ ਵੱਧ ਹੋਰ ਕੋਈ ਡਿਮਾਂਡ ਨਹੀਂ ਹੁੰਦੀ। ਇਹ ਜੇ ਦਿੱਲੀ ਸਰਕਾਰ ਕਰਦੀ ਹੈ ਅਤੇ ਇੱਥੇ ਵੀ ਪੰਜਾਬ 'ਚੋਂ ਕਰਨ ਦਾ ਜਿਹੜਾ ਲੋਕਾਂ ਨੂੰ ਹੋਪ ਹੈਗੀ ਆ ਤਾਂ ਕਰੇ। ਦਿੱਲੀ 'ਚ ਇੰਨਾ ਕੁਛ ਫ੍ਰੀ ਦੇਣ ਦੇ ਬਾਵਜੂਦ ਵੀ ਅੱਜ ਦਿੱਲੀ ਦੀ ਸਰਕਾਰ ਦਾ ਜਿਹੜਾ ਬਜਟ ਆ, ਹਿੰਦੁਸਤਾਨ 'ਚ ਕੋਈ ਸਰਕਾਰ ਆ ਜਿਹਦਾ ਸਰਪਲਸ ਬਜਟ ਆ, ਸਿਰ 'ਤੇ ਕਰਜ਼ਾ ਨਹੀਂ ਹੈਗਾ, ਉਹ ਇੰਨਾ ਕੁਛ ਫ੍ਰੀ ਦੇ ਕੇ ਵੀ ਸਰਪਲਸ ਹੈਗੇ ਆ। ਜਦੋਂ ਇਨਕਮ ਹੋਏ ਤਾਂ ਲੋਕਾਂ ਦਾ ਹੱਕ ਬਣਦਾ ਉਹ ਪੈਸਾ ਜਿਹੜਾ ਸਰਕਾਰ ਟੈਕਸ ਨਾਲ ਕਲੈਕਟ ਕਰਦੀ ਪਈ ਆ, ਜਿਹੜਾ ਗਰੀਬ ਤਬਕਾ ਆ ਉਹਦੀ ਮਦਦ ਕਰੇ। ਸਰ ਮੇਰਾ ਸਵਾਲ ਇਹ ਹੈ ਕਿ ਚਲੋ ਤੁਸੀਂ ਵਧੀਆ ਗੱਲ ਦੱਸ ਰਹੇ ਹੋ ਦਿੱਲੀ ਸਰਕਾਰ ਦੀਆਂ ਜਿਹੜੀਆਂ ਕਾਮਯਾਬੀਆਂ ਨੇ, ਮੇਰਾ ਸਵਾਲ ਹੈ ਕਿ ਜੇਕਰ ਸਚਦੇਵਾ ਜੀ ਦੁਆਰਾ ਪਾਰਟੀ ਹਾਈਕਮਾਂਡ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਤੁਸੀਂ ਲੱਗਦਾ ਕਿ ਕਾਮਯਾਬ ਹੋ ਸਕੋਗੇ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ? ਦੇਖੋ ਤੁਸੀਂ ਬੜਾ ਹਾਈਪੋਥੈਟੀਕਲ ਕੁਐਸਚਨ ਪੁੱਛ ਲਿਆ। ਅੱਜ ਦੀ ਤਰੀਕ 'ਚ ਮੇਰਾ ਅਜੇ ਕੋਈ ਵਿਚਾਰ ਨਹੀਂ ਹੈਗਾ। ਮੈਂ ਦੇਖੋ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਮੈਂ ਪੋਲੀਟੀਸ਼ੀਅਨ ਹੈ ਹੀ ਨਹੀਂ। ਮੈਂ ਇਹ ਨਹੀਂ ਮੈਂ ਅੱਜ ਤੁਹਾਨੂੰ ਕੁਛ ਕਹਿ ਦੇਵਾਂ ਅਤੇ ਭਲਕੇ ਨੂੰ ਮੈਂ ਕੁਛ ਹੋਰ ਕਰ ਲਵਾਂ ਤਾਂ ਉਹ ਮੇਰੀ ਨਾ ਨੇਚਰ ਹੈਗੀ। ਮੈਂ ਅੱਜ ਦੀ ਤਰੀਕ ਦਾ ਇਸ ਪਲ ਵੇਲੇ ਤੁਹਾਨੂੰ ਦੱਸ ਸਕਦਾ ਮੇਰਾ ਅਜੇ ਤੱਕ ਕੋਈ ਵਿਚਾਰ ਨਹੀਂ। ਤਾਂ ਇਹ ਸਨ ਸਾਡੇ ਨਾਲ ਹੁਸ਼ਿਆਰਪੁਰ ਤੋਂ ਪਰਮਜੀਤ ਸਿੰਘ ਸਚਦੇਵਾ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਵੱਲੋਂ ਸਪਸ਼ਟ ਕਿਹਾ ਗਿਆ ਕਿ ਹਾਲੇ ਫਿਲਹਾਲ ਮੌਜੂਦਾ ਸਮੇਂ ਤੱਕ ਉਹਨਾਂ ਦਾ ਕੋਈ ਵੀ ਜਿਹੜਾ ਵਿਚਾਰ ਹੈ ਰਾਜਨੀਤੀ ਦੇ ਵਿੱਚ ਆਉਣ ਦਾ ਨਹੀਂ ਹੈ। ਔਰ ਨਾਲ ਦੇ ਨਾਲ ਉਹਨਾਂ ਵੱਲੋਂ ਮੌਜੂਦਾ ਸਰਕਾਰਾਂ 'ਤੇ ਜਿਹੜੇ ਨਿਸ਼ਾਨੇ ਵੀ ਤਿੱਖੇ ਸਾਧੇ ਗਏ ਨੇ। ਕੈਮਰਾ ਪਰਸਨ ਨਵਨੀਤ ਸਿੰਘ ਚੀਮਾ ਦੇ ਨਾਲ ਚੇਤਨ ਕਸ਼ਯਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।